ਸਿੱਖ ਜਿਹੜਾ ਹੈ ਉਹ ਇਸ ਵਕਤ ਪਾਕਿਸਤਾਨ ਦੀ ਰੀੜ ਦੀ ਹੱਡੀ ਬਣ ਕੇ ਖਲੋਏਗਾ, ਇੱਟ ਵਾਂਗ ਖਲੋਏਗਾ। ਕਿਉਂਕਿ ਪਾਕ ਜਿਹੜਾ ਹੈ, ਜਿਹੜਾ ਪਾਕਿਸਤਾਨ ਹੈ ਸਾਡੇ ਲਈ, ਜਿਹੜਾ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ, ਉਸ ਤੋਂ ਵੱਡੀ ਪਾਕ ਜਗ੍ਹਾ ਸਾਡੇ ਤੇ ਨਹੀਂ ਹੈ ਕੋਈ। ਔਰ ਇਹੀ ਕਾਰਨ ਹੈ ਕਿ ਮੈਂ ਭਾਰਤੀ ਫੌਜ ਦੇ ਵਿੱਚ ਜਿਹੜੇ ਸਿੱਖ ਫੌਜੀ ਹੈ ਉਹਨਾਂ ਨੂੰ ਸੁਨੇਹਾ ਲਾਇਆ। ਉਹਨਾਂ ਨੂੰ ਅਸੀਂ ਮੈਸੇਜਿੰਗ ਲਗਾਤਾਰ ਪੂਰੇ ਪੰਜਾਬ, ਰਾਜਸਥਾਨ, ਹਰਿਆਣਾ, ਈਵਨ ਬੰਗਾਲ ਦੇ ਵਿੱਚ ਅੱਜ ਸਾਡੀ ਮੈਸੇਜਿੰਗ ਜਾ ਰਹੀ ਹੈ ਕਿ ਜਿਹੜੀ ਇਹ ਨਰਿੰਦਰ ਮੋਦੀ ਦੀ ਤੇ ਜਿਹੜੀ ਇਹ ਭਾਰਤ ਦੀ ਜੰਗ ਹੈ, ਇਹ ਹੱਥ ਦੀ ਜੰਗ ਨਹੀਂ ਹੈ, ਇਹ ਰਾਜਨੀਤਿਕ ਜੰਗ ਹੈ। ਸੋ ਰਾਜਨੀਤਿਕ ਜੰਗ ਜਿਹੜੀ ਹੁੰਦੀ ਆ ਉਹ ਫੌਜ ਨਹੀਂ ਲੜਦੀ, ਤੇ ਸਿੱਖ ਫੌਜੀ ਜਿਹੜਾ ਹੈ ਉਹ ਆਪਣੀ ਬੰਦੂਕ, ਆਪਣੀਆਂ ਗੋਲੀਆਂ ਪਾਕ ਦੇ ਵੱਲ ਬਿਲਕੁਲ ਵੀ ਨਹੀਂ ਚਲਾਏਗਾ। ਠੀਕ ਹੈ। ਤੇ ਕਿੰਨੀ ਵੱਡੀ ਤਾਦਾਦ ਸਾਡੀ ਇੰਡੀਅਨ ਫੌਜ 'ਚ ਸਿੱਖ ਭਾਈਆਂ ਦੀ, ਤੇ ਕਿੰਨਾ ਅਸਰ ਹੋਏਗਾ ਜਿਹੜੀ ਕਾਲ ਤੁਸੀਂ ਦਿੱਤੀ ਹੈ ਇਹ ਆਪਣੇ ਸਿੱਖ ਭਾਈਆਂ ਨੂੰ ਇੰਡੀਆ 'ਚ? ਦੇਖੋ, ਇਹ ਕਾਲ ਜਿਹੜੀਆਂ ਇਹੋ ਜਿਹੀ ਮੁਹਿੰਮ ਹੁੰਦੀ ਹੈ ਨਾ, ਉਹਦੇ 'ਚ ਕੋਈ ਨੰਬਰਿੰਗ ਦੇ ਹਿਸਾਬ ਨਾਲ ਨਹੀਂ ਚੱਲਦਾ ਹੁੰਦਾ ਕਿ ਫੌਜੀ ਜਿਹੜਾ ਹੈਗਾ ਉਹ ਉਹਨਾਂ ਨੇ ਲੜਨ ਵਾਸਤੇ ਤਿਆਰ ਕੀਤਾ ਹੋਇਆ। ਅਸੀਂ ਉਸ ਨੂੰ ਸਿੱਖ ਫੌਜੀ ਦੱਸਦੇ ਹਾਂ ਕਿ ਵੀ ਭਾਈ ਤੂੰ ਪੰਜਾਬ ਦਾ ਬਸ਼ਿੰਦਾ ਹੈ, ਗੁਰੂ ਨਾਨਕ ਸਾਹਿਬ ਦਾ ਨਾਮ ਲੈਣ ਵਾਲਾ, ਗੁਰੂ ਨਾਨਕ ਨਾਮ ਲੇਵਾ ਸਿੱਖ ਹੈ, ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੈ, ਤੇ ਤੇਰਾ ਪਹਿਲਾ ਧਰਮ ਤੇ ਫਰਜ਼ ਜਿਹੜਾ ਹੈ ਉਹ ਇਹ ਹੈ ਕਿ ਤੂੰ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਵਾਲੇ ਪਾਸੇ ਪਾਕਿਸਤਾਨ ਵੱਲ ਮੂੰਹ ਨਹੀਂ ਕਰਨਾ। ਜਿਹੜੀ ਇਹ ਮੁਹਿੰਮ ਹੁੰਦੀ ਹੈ, ਇਹਦੇ 'ਚ ਇਹ ਨਹੀਂ ਤੁਸੀਂ ਜ਼ਰੂਰੀ ਸੋਚਣਾ ਕਿ ਜੀ ਉਹ ਹਥਿਆਰ ਛੱਡ ਕੇ ਭੱਜ ਜਾਣਗੇ ਜਾਂ ਉਹ ਹਥਿਆਰ ਨਹੀਂ ਚੁੱਕਣਗੇ। ਇਹਦੇ 'ਚ ਇੱਕ ਗੱਲ ਜਿਹੜੀ ਬਿਲਕੁਲ ਸਾਹਮਣੇ ਆ ਚੁੱਕੀ ਹੈ, ਉਹ ਇਹ ਹੈ ਵੀ ਫੌਜ ਜਿਹੜੀ ਲੜਦੀ ਹੈ ਨਾ, ਉਹ ਹੌਸਲਿਆਂ ਤੇ ਲੜਦੀ ਹੈ। ਫੌਜ ਜਿੱਤਦੀ ਹੈ ਤੇ ਹੌਸਲਿਆਂ ਤੇ ਜਿੱਤਦੀ ਹੈ, ਬੁਲੰਦੀਆਂ ਤੇ ਜਿੱਤਦੀ ਹੈ। ਜਿਹੜੀਆਂ ਸਾਡੇ ਕੋਲ ਸੁਨੇਹਾ ਆ ਚੁੱਕੇ ਹੈ, ਜਿਹੜਾ ਸਿੱਖ ਫੌਜੀ ਹੈ ਉਹ ਇਹ ਵਾਲੀ ਲੜਾਈ ਮੋਦੀ ਦੀ ਰਾਜਨੀਤਿਕ, ਭਾਰਤੀ ਤੇ ਹਿੰਦੁਸਤਾਨ ਦੀ ਲੜਨਾ ਨਹੀਂ ਚਾਹੁੰਦਾ। ਜੇ ਫੌਜੀ ਲੜਨਾ ਨਹੀਂ ਨਾ ਚਾਹੁੰਦਾ ਤੇ ਉਹ ਜਿੱਤ ਨਹੀਂ ਸਕਦਾ। ਸੋ ਇਹ ਮੈਂ ਤੁਹਾਨੂੰ ਦੱਸ ਸਕਦਾ ਕਿ ਭਾਰਤੀ ਫੌਜ ਦੇ ਵਿੱਚ ਜਿਹੜਾ ਸਿੱਖ ਫੌਜੀ ਹੈ, ਈਵਨ ਬੰਗਾਲੀਆਂ ਦੀ ਸਾਨੂੰ ਮੈਸੇਜਿੰਗ ਆਈ ਹੈ ਦੂਰ ਤੱਕ ਕਿ ਦਿਸ ਇਜ਼ ਅ ਪੋਲੀਟੀਕਲ ਫਾਈਟ। ਤੁਸੀਂ ਸਹੀ ਕਹਿ ਰਹੇ ਹੋ, ਇਹ ਰਾਜਨੀਤਿਕ ਲੜਾਈ ਹੈ। ਅਸੀਂ ਰਾਜਨੀਤਿਕ ਲੜਾਈ ਲੜਨ ਵਾਸਤੇ ਭਾਰਤੀ ਫੌਜ ਵਿੱਚ ਨਹੀਂ ਸੀ ਆਏ। ਅੱਛਾ, ਬਿਲਕੁਲ ਜਿਵੇਂ ਤੁਸੀਂ ਹੁਣੀ ਗੱਲ ਵੀ ਕਰ ਰਹੇ ਹੋ, ਇਹ ਸਾਡੇ 5-6 ਸਿੱਖ ਭਰਾਵਾਂ ਨੂੰ ਜਿਹੜੇ ਇੰਡੀਆ ਆਰਮੀ 'ਚ ਵੀ ਉਹਨਾਂ ਨੂੰ ਮਾਰਤਾ ਸੀ, ਉਹ ਕੀ ਵਾਕਿਆ ਬਣਿਆ ਸੀ? ਜਿਹੜੀ ਦੋ ਯੂਨਿਟਾਂ ਦੀ ਆਪਸ 'ਚ ਲੜਾਈ ਹੋਈ ਸੀ, ਇੱਕ ਸਿੱਖ ਯੂਨਿਟ ਸੀ, ਦੂਜੀ ਸੀ, ਤੇ ਉਹਨਾਂ ਦੀ ਲੜਾਈ ਹੋਈ ਸੀ ਤੇ ਸਿੱਖ 5-6 ਫੌਜੀਆਂ ਨੂੰ ਸ਼ਹੀਦ ਵੀ ਕਰਤਾ ਸੀ। ਦੇਖੋ, ਉਹ ਮੈਂ ਖਬਰਾਂ ਪੜ੍ਹੀਆਂ ਪਰ ਮੈਨੂੰ ਉਹਦੀ ਡਿਟੇਲ ਬਿਲਕੁਲ ਨਹੀਂ ਪਤਾ ਵੀ ਉਹ ਕੀ ਉੱਥੇ ਮਸਲਾ ਪਿਆ, ਇਦਾਂ ਹੋਇਆ ਵੀ ਆ ਕਿ ਨਹੀਂ ਹੋਇਆ, ਉਸ ਦੇ ਵਿੱਚ ਨਹੀਂ ਮੈਂ ਪੈਣਾ ਚਾਹੁੰਦਾ। ਪਰ ਜਿਹੜੀ ਮੁਹਿੰਮ ਚੱਲਦੀ ਹੁੰਦੀ ਹੈ, ਜਿਹੜੀ ਜੰਗ ਇਸ ਵਕਤ ਨਰਿੰਦਰ ਮੋਦੀ, ਜਿਹੜੀ ਜੰਗ ਇਸ ਵਕਤ ਪਾਕਿਸਤਾਨ ਦੇ ਉੱਤੇ ਨਰਿੰਦਰ ਮੋਦੀ ਲਗਾ ਰਿਹਾ ਹੈ, ਤੁਸੀਂ ਉਹਦਾ ਇਹ ਦੇਖਣਾ ਕਿ ਜਿਹੜਾ ਇਹ ਦੁਸ਼ਮਣ ਹੈ, ਜਿਹੜਾ ਭਾਰਤ ਹੈ, ਜਿਹੜਾ ਨਰਿੰਦਰ ਮੋਦੀ ਹੈ, ਜਿਹੜਾ ਹਿੰਦੁਸਤਾਨ ਹੈ ਇਸ ਵਕਤ, ਤੇ ਇਹ ਜੰਗ ਦਾ ਐਲਾਨ ਇਹ ਪਿਛਲੇ 70 ਸਾਲ ਤੋਂ ਤੁਹਾਡੇ ਉੱਪਰ ਕਰ ਚੁੱਕੇ ਹੈ। ਤੁਸੀਂ ਇਹਨੂੰ ਅੱਜ ਨਾ ਸੋਚਣਾ ਕਿ ਜੀ ਇਹ ਜਿੱਦਾਂ ਉਹਨਾਂ ਦਾ ਲੈਫਟ ਦਾ ਮੀਡੀਆ ਇੱਕ ਹੈਗਾ ਕਿ ਜੀ ਇਹ ਬਦਲਾ ਆ ਜਾਊਗਾ, ਇਹ ਨਰਿੰਦਰ ਮੋਦੀ ਜਿਹੜਾ ਪਾਕਿਸਤਾਨ ਦਾ ਦੁਸ਼ਮਣ ਹੈ। ਇਹ ਪਾਕਿਸਤਾਨ ਦਾ ਦੁਸ਼ਮਣ ਨਰਿੰਦਰ ਮੋਦੀ ਨਹੀਂ, ਪਾਕਿਸਤਾਨ ਦਾ ਦੁਸ਼ਮਣ ਹਿੰਦੁਸਤਾਨ ਹੈ। ਪਾਕਿਸਤਾਨ ਦਾ ਦੁਸ਼ਮਣ ਉੱਥੋਂ ਦਾ ਸਿਸਟਮ ਹੈ। ਪਾਕਿਸਤਾਨ ਦਾ ਦੁਸ਼ਮਣ ਉੱਥੋਂ ਦਾ ਉਹ ਆਵਾਮ ਹੈ ਜਿਹੜਾ ਪਾਕਿਸਤਾਨ ਦੀ ਹੋਂਦ ਨਹੀਂ ਚਾਹੁੰਦਾ। ਇਹ 1948 ਤੋਂ ਤੁਹਾਨੂੰ ਮੁਕਾਉਣਾ ਚਾਹੁੰਦੇ ਆ। ਸੋ ਇਹਦਾ ਇੱਕ ਪਾਸੇ ਗੱਲ ਉਹ ਲਗਾਉਣੀ ਪੈਣੀ ਹੈ ਪਾਕਿਸਤਾਨ ਨੂੰ। ਹਿੰਦੁਸਤਾਨ ਕਹਿੰਦਾ ਤਾਂ ਪਿਆ ਵੀ ਅਸੀਂ ਲੜਨਾ ਹੈ, ਪਰ ਉਹ ਲੜਨਾ ਇੰਨਾ ਕੀ ਹੈ, ਉਹਨਾਂ ਨੇ ਜਿੰਨਾ ਕੋ ਆਪਣੀਆਂ ਵੋਟਾਂ ਇਕੱਠੀਆਂ ਕਰ ਸਕਣ, ਜਿੰਨਾ ਨਾਲ ਉਹ ਦੁਨੀਆ 'ਚ ਦੱਸ ਸਕਣ ਕਿ ਜੀ ਭਾਰਤ ਜਿਹੜਾ ਹੈਗਾ ਉਹ ਨਰਿੰਦਰ ਮੋਦੀ ਹੇਠ ਸੇਫ ਹੈ ਤੇ ਉਹਦੀ ਹਕੂਮਤ ਚੱਲਦੀ ਹੈ। ਇਹ ਜਿਹੜੀ ਹਿੱਸਾ ਤੁਹਾਨੂੰ ਲਗਾਤਾਰ ਡਰਾਉਣ ਦਾ, ਦਬਕਾਉਣ ਦਾ ਤੇ ਕਾਰਨਰ ਕਰਨ ਦਾ, ਜੀ ਪਾਕਿਸਤਾਨ ਅੱਤਵਾਦ ਫੈਲਾ ਰਿਹਾ, ਪਾਕਿਸਤਾਨ ਇੱਥੇ ਅੱਤਵਾਦ ਫੈਲਾਉਂਦਾ, ਪਾਕਿਸਤਾਨ ਹਮਲੇ ਕਰਾਉਂਦਾ, ਇਹ ਤੁਹਾਨੂੰ ਪੱਕਾ ਤੌਰ ਤੇ ਬੰਦ ਕਰਨਾ ਪੈਣਾ ਹੈ। ਔਰ ਇਹੀ ਕਾਰਨ ਹੈ ਕਿ ਉਹ ਹਮਲਾ ਘੱਟ ਕਰਨਾ ਚਾਹ ਰਿਹਾ ਹੈ ਤੇ ਤੁਹਾਡੀ ਜਿਹੜੀ ਸਾਹ ਹੈ ਉਹ ਜ਼ਿਆਦਾ ਬੰਦ ਕਰਨਾ ਚਾਹ ਰਿਹਾ ਹੈ। ਹੁਣ ਇੰਡਸ ਵਾਟਰ ਦੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੋਈ ਹੈ, ਉਹਨਾਂ ਨੂੰ ਪਤਾ ਜੀ ਅਸੀਂ ਹਮਲਾ ਨਹੀਂ ਵੀ ਕਰਾਂਗੇ ਤਾਂ ਪਾਕਿਸਤਾਨ ਨੂੰ ਕੁਛ ਨਾ ਕੁਛ ਜਿਹੜਾ ਹੈ ਕਰਨਾ ਪੈਣਾ ਹੈ ਤਾਂ ਕਿ ਉਹ ਪਾਣੀ ਖੁਲਾਏ ਜਾ ਸਕਣ, ਜਾਂ ਜਿਹੜੇ ਉਹ ਪੋਰਟ ਬੰਦ ਕਰਨ ਦੀ ਕੋਸ਼ਿਸ਼ ਕਰਦਾ ਪਿਆ, ਬਾਰਡਰਸ ਦੇ ਉੱਤੋਂ ਦੀ ਬਿਜ਼ਨਸ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਲੜਾਈ ਘੱਟ ਕਰਨਾ ਚਾਹੁੰਦਾ, ਦਿਖਾਣਾ ਜ਼ਿਆਦਾ ਚਾਹੁੰਦਾ।
ਬਿਲਕੁਲ ਬਿਲਕੁਲ। ਅੱਛਾ, ਹਿੰਦੁਸਤਾਨ 'ਚ ਨਾ ਮੀਡੀਆ 'ਚ ਅਕਸਰ ਵੇਖਨੇ ਅਸੀਂ ਚੀਜ਼ਾਂ ਤੇ ਆਬਜ਼ਰਵ ਕਰਨੇ ਆ, ਤੇ ਕੁਝ ਐਵੇਂ ਨਰੇਟ ਕੀਤਾ ਜਾਂਦਾ, ਦੱਸਿਆ ਜਾਂਦਾ ਹੈ ਕਿ ਜਿਵੇਂ ਉੱਥੇ ਜਿਹੜੇ ਮੁਸਲਮਾਨ ਨੇ, ਸਿੱਖ ਨੇ, ਬੜੇ ਖੁਸ਼ ਨੇ। ਤੁਸੀਂ ਆਪ ਵੀ ਹਿੰਦੁਸਤਾਨ ਦੇ ਹੋ, ਤੁਹਾਡੀ ਉੱਥੇ ਬਹੁਤ ਵੱਡੀ ਕਮਿਊਨਿਟੀ ਵੀ ਹੈ, ਤੇ ਤੁਸੀਂ ਕੀ ਸਮਝਦੇ ਹੋ, ਕੀ ਹਾਲਾਤ ਨੇ ਹਿੰਦੁਸਤਾਨ 'ਚ ਮੁਸਲਮਾਨਾਂ ਦੇ ਤੇ ਜਿਹੜੇ ਉੱਥੇ ਸਿੱਖ ਭਾਈ ਉਹਨਾਂ ਦੇ? ਦੇਖੋ, ਮੇਰੀ ਗੱਲ ਦਾ ਤੁਸੀਂ ਨਾ ਗੁੱਸਾ ਨਾ ਕਰਿਓ ਮੁਸਲਮਾਨ ਭਰਾ। ਨਹੀਂ ਜੀ ਜੀ ਜੀ। ਜਿਹੜਾ ਜਿਹੜਾ ਹਿੰਦੁਸਤਾਨ 'ਚ 250 ਮਿਲੀਅਨ ਮੁਸਲਮਾਨ ਹੈ, ਹੂੰ। ਉਹ ਉਹਨਾਂ ਨੇ ਜ਼ੋਰ ਦੇ ਨਾਲ ਦਬਾ ਹੂੰ। ਕੇ ਉਹਨੂੰ ਐਜ਼ ਗੁੱਡ ਐਜ਼ ਹਿੰਦੂ ਬਣਾ ਲਿਆ ਹੈ। ਸਿਰਫ ਉਹ 5 ਵਕਤ ਦੇ ਨਮਾਜ਼ੀ ਹੋ ਸਕਦੇ ਆ, ਪਰ ਜੇ ਤੁਸੀਂ ਉਹਨਾਂ ਨੂੰ ਕਹੋ ਵੀ ਉਹ ਆਪਣੇ ਮਜ਼ਹਬ ਦੇ ਲਈ, ਆਪਣੇ ਧਰਮ ਦੇ ਲਈ, ਜਾਂ ਆਪਣੀ ਹੋਂਦ ਦੇ ਲਈ, ਜਾਂ ਆਪਣੀ ਆਜ਼ਾਦੀ ਲਈ ਖੜਨਗੇ, ਤੇ ਉਹ ਬਿਲਕੁਲ ਨਹੀਂ ਖਲੋਣਗੇ। ਅੱਜ ਹੁਣ ਪਾਕਿਸਤਾਨ ਦੇ ਉੱਤੇ ਲਗਾਤਾਰ ਹਮਲੇ ਦੀ ਗੱਲ ਚੱਲਦੀ ਪਈ ਹੈ। ਪਾਕਿਸਤਾਨ ਨੂੰ ਕਹਿੰਦੇ ਪਏ ਜੀ ਅਸੀਂ ਮਿਟਾ ਦਿਆਂਗੇ, ਗੱਲ ਚੱਲਦੀ ਪਈ ਹੈ। ਸਵਾਏ ਖਾਲਿਸਤਾਨੀ ਪੱਖੀ ਸਿੱਖ ਜਾਂ ਸਿੱਖਸ ਫਾਰ ਜਸਟਿਸ ਜਾਂ ਅਸੀਂ ਰੈਫਰੈਂਡਮ ਵਾਲਿਆਂ ਤੋਂ ਇਲਾਵਾ ਤੁਸੀਂ ਮੈਨੂੰ ਕੋਈ ਵੀ ਨਿਊਜ਼, ਕੋਈ ਵੀਡੀਓ ਕੱਢ ਕੇ ਦੇ ਦਿਓ ਕਿ ਪਾਕਿਸਤਾਨ ਦੇ ਲਈ ਕਿਸੇ ਨੇ ਵੀ ਆਵਾਜ਼, ਕੱਲੇ ਭਾਰਤ ਦੀ ਮੈਂ ਗੱਲ ਨਹੀਂ ਕਰ ਰਿਹਾ, ਪੂਰੀ ਦੁਨੀਆ ਤੋਂ ਲੱਭ ਕੇ ਦਿਖਾ ਦਿਓ ਮੈਨੂੰ ਕਿ ਕਿਸੇ ਆਵਾਮ ਨੇ ਜਾਂ ਕਿਸੇ ਇੱਕ ਵਰਗ ਨੇ, ਸਿੱਖ ਤੇ ਖਾਲਿਸਤਾਨੀਆਂ ਤੋਂ ਛੱਡ ਕੇ, ਵੀ ਪਾਕਿਸਤਾਨ ਦੇ ਲਈ ਕਿਸੇ ਨੇ ਆਵਾਜ਼ ਚੱਕੀ ਹੈ। ਬਿਲਕੁਲ ਬਿਲਕੁਲ। ਅੱਛਾ, ਖਾਲਿਸਤਾਨ ਤਹਿਰੀਕ ਦੇ ਤੁਸੀਂ ਕਾਫੀ ਦਿਨਾਂ ਤੋਂ ਰਹਿਨੁਮਾ ਵੀ ਹੋ ਤੇ ਕੋਸ਼ਿਸ਼ਾਂ ਵੀ ਤੁਹਾਡੀਆਂ ਜਾਰੀਆਂ ਨੇ, ਤੇ ਤੁਸੀਂ ਕੀ ਸਮਝਦੇ ਹੋ ਕਿ ਖਾਲਿਸਤਾਨੀ ਤਹਿਰੀਕ ਮੌਜੂਦਾ ਟਾਈਮ ਤੇ ਕਿੱਥੇ ਖੜੀ ਹੈ, ਤੇ ਕਿੰਨਾ ਵਕਤ ਲੱਗੇਗਾ ਤੁਹਾਨੂੰ ਆਪਣਾ ਮੁਲਕ ਬਣਾਉਣ 'ਚ, ਆਪਣਾ ਖਾਲਿਸਤਾਨ ਦਾ ਪੂਰਾ ਇੱਕ ਕੰਟਰੀ ਬਣਾਉਣ 'ਚ? ਦੇਖੋ, ਅਸੀਂ ਤਾਂ ਜਦੋਂ ਤੋਂ ਜੂਨ 1984 ਤੇ ਦਰਬਾਰ ਸਾਹਿਬ ਤੇ ਫੌਜਾਂ ਨੇ ਇਹਨਾਂ ਦੀ ਹਮਲਾ ਕੀਤਾ, ਢਹਿ ਢੇਰੀ ਕੀਤਾ, ਨਵੰਬਰ 1984 ਦੇ ਵਿੱਚ ਸਿੱਖ ਨਸਲਕੁਸ਼ੀ ਜਿਹੜੀ ਕੀਤੀ ਗਈ, ਤੇ ਇਹਨਾਂ ਦੇ ਸਾਡੇ ਜਿਹੜੇ ਸਿੱਖ ਭਰਾ ਆ ਉਸ ਵਕਤ ਜਿਹੜੇ ਭਾਰਤੀ ਫੌਜ 'ਚ ਸੀ, ਉਹ ਵਰਦੀਆਂ ਸਮੇਤ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਹਨਾਂ ਨੇ ਮਾਰੇ ਹੈ, ਮੁਕਾਏ ਹੈ। ਸਾਡੀਆਂ ਬੀਬੀਆਂ ਦੇ ਉੱਥੇ ਖੁੱਲ੍ਹੇਆਮ ਇੱਜ਼ਤਾਂ ਲੁੱਟੀਆਂ ਗਈਆਂ।